ਗੁਲਸ਼ਨ ਜੀ ਮੈਂ ਹੁਣ ਗੱਲ ਕਰੂੰਗੀ ਆਪਾਂ ਮਤਲਬ ਕੋਵਿਡ-19 ਦੀ ਹਨਾ ਸਿਚੁਏਸ਼ਨ ਰਹੀ ਆ ਲੋਕ ਕਾਫੀ ਮਤਲਬ ਅੰਦਰ ਰਹੇ ਹਨਾ ਲੋਕਡਾਊਨ ਵਗੈਰਾ ਰਿਹਾ ਕਾਫੀ ਤਰ੍ਹਾਂ ਦੀਆਂ ਸ਼ਾਇਦ ਮੈਂਟਲ ਪ੍ਰੋਬਲਮਸ ਜਾਂ ਇਮੋਸ਼ਨਲੀ ਲੋਕਾਂ ਨੂੰ ਪ੍ਰੋਬਲਮਸ ਆਈਆਂ ਹੋਣਗੀਆਂ ਮਤਲਬ ਜਿਵੇਂ ਆਪਾਂ ਇੰਡੀਆ ਦੇ ਵਿੱਚ ਵੀ ਲਾਈਏ ਤਾਂ ਕਾਫੀ ਈਵਨ ਕਿ ਮਤਲਬ ਕਈ ਵੱਡੇ ਲੈਵਲ ਦੇ ਉੱਤੇ ਹਨਾ ਸੁਸਾਈਡ ਵਗੈਰਾ ਦੇਖੇ ਗਏ ਆ ਡਿਪਰੈਸ਼ਨ ਦਾ ਕਰਕੇ ਮਤਲਬ ਕਿਵੇਂ ਦਾ ਤੁਹਾਨੂੰ ਲੱਗਿਆ ਕਿ ਇੰਪੈਕਟ ਉਹਦਾ ਪਿਆ ਆਪਣੇ ਮੈਂਟਲ ਲੈਵਲ ਦੇ ਉੱਤੇ ਦੇਖੋ ਜੀ ਕੋਵਿਡ ਦੀ ਜਿਹੜੀ ਸਿਚੁਏਸ਼ਨ ਹੋਈ ਹੈ ਉਹ ਇਕੱਲੇ ਇੱਕ ਜਗ੍ਹਾ ਦੀ ਗੱਲ ਨਹੀਂ ਹੈ। ਪੈਂਡੇਮਿਕ ਹੈਗਾ, ਗਲੋਬਲ ਹੈਗਾ, ਸਾਰੀ ਦੁਨੀਆ ਵਿੱਚ ਇਹਦਾ ਜਿਹੜਾ ਇਫੈਕਟ ਦੇਖਿਆ ਗਿਆ ਹੈ। ਔਰ ਇਹਦੇ ਲਾਈਕ ਜੇ ਮੈਂਟਲ ਹੈਲਥ ਤੇ ਵੱਲੋਂ ਜੇ ਗੱਲ ਕਰੀਏ ਤਾਂ ਇਹਦਾ ਇੰਪੈਕਟ ਬਹੁਤ ਪਿਆ ਔਰ ਐਕਚੁਅਲੀ ਇਹਦਾ ਹੋਰ ਪੈ ਰਿਹਾ ਹੈ। ਇਹ ਚੀਜ਼ ਜਿਹੜੀ ਕਿ ਔਨਗੋਇੰਗ ਹੈ ਕਿਉਂਕਿ ਸਾਨੂੰ ਐਜ਼ ਹਿਊਮਨ ਬੀਇੰਗਸ ਅਸੀਂ ਬੜੇ ਸਪੈਸਿਫਿਕ ਆਪਣੇ ਸਕੇਡਿਊਲ ਤੇ ਚੱਲਦੇ ਰਹਿੰਦੇ ਹਾਂ। ਸਾਨੂੰ ਇੱਕ ਸਰਟਨ ਆਦਤਾਂ ਨੇ। ਇਨਸਾਨ ਨੇ ਤਰੱਕੀ ਤਾਂ ਬਹੁਤ ਕੀਤੀ ਹੈ, ਅਸੀਂ ਐਵੋਲੂਸ਼ਨ ਤਾਂ ਬਹੁਤ ਕਰ ਲਿਆ ਹੈ, ਆਪਣਾ ਲਾਈਫ ਸਟਾਈਲ ਬਹੁਤ ਕੰਫਰਟੇਬਲ ਕਰ ਹੈ, ਲੇਕਿਨ ਆਪਣੀ ਡਿਪੈਂਡੈਂਸੀ ਵੀ ਉਹਦੇ ਤੇ ਬਹੁਤ 200% ਹੋ ਗਈ ਹੈ। ਸੋ ਸਡਨਲੀ ਜਦੋਂ ਇਹ ਪੈਂਡੇਮਿਕ ਹੋਇਆ, ਜਿਹੜੀ ਰਿਸਟ੍ਰਿਕਸ਼ਨਸ ਲੱਗ ਗਈਆਂ, ਲੋਕਡਾਊਨ ਹੋ ਗਏ ਤਾਂ ਨਾਟ ਓਨਲੀ ਕਿ ਫਿਜ਼ੀਕਲੀ ਸਾਨੂੰ ਇੰਪੈਕਟ ਕੀਤਾ ਕਿ ਫਿਜ਼ੀਕਲੀ ਤਾਂ ਆਪਾਂ ਸੋਸ਼ਲਾਈਜ਼ ਨਹੀਂ ਕਰ ਸਕਦੇ, ਬਾਹਰ ਨਹੀਂ ਮਿਲ ਸਕਦੇ, ਘਰੇ ਰਹਿਣਾ ਹੈਗਾ, ਹਾਈਜੀਨ ਮੇਨਟੇਨ ਕਰਨੀ ਹੈ, ਤੁਸੀਂ ਹੱਥ ਧੋ ਰਹੇ ਹੋ, ਮਾਸਕ ਲਾ ਰਹੇ ਹੋ, ਪਰ ਜਿਹੜਾ ਇਮੋਸ਼ਨਲੀ ਤੇ ਮੈਂਟਲੀ ਦਾ ਇੰਪੈਕਟ ਹੋਇਆ ਉਹ ਉਹਦੇ ਤੋਂ ਵੀ ਜ਼ਿਆਦਾ ਹੋਇਆ ਕਿਉਂਕਿ ਸਾਡੀ ਜਿਹੜੀ ਦੇਖੋ ਜਨਰਲੀ ਜਿਹੜੀ ਥਰਾਈਵਿੰਗ ਨੇਚਰ ਹੈ ਹਿਊਮਨ ਬੀਇੰਗਸ ਦੀ, ਇਨਸਾਨ ਜਿਹੜਾ ਫਲਦਾ ਫੁੱਲਦਾ ਜਿਹੜੀ ਸਿਚੁਏਸ਼ਨ ਉਹ ਸੋਸਾਇਟੀ ਹੈਗੀ ਹੈ, ਸਾਡਾ ਹਿਊਮਨ ਟੂ ਹਿਊਮਨ ਕੰਟੈਕਟ ਹੈ, ਹਿਊਮਨ ਟੂ ਹਿਊਮਨ ਇੰਟਰੈਕਸ਼ਨ ਹੈ, ਚਾਹੇ ਉਹ ਸਾਡੇ ਫਰੈਂਡਸ ਹੋਣ, ਰਿਲੇਟਿਵਸ ਹੋਣ, ਫੈਮਿਲੀ ਮੈਂਬਰਸ ਹੋਣ ਜਾਂ ਵਰਕ ਪਲੇਸ ਕੋਲੀਗਸ ਹੋਣ, ਜਿੱਥੇ ਵੀ ਕੰਮ ਕਰਨ ਜਾਂਦੇ ਹੋ, ਤੇ ਇਹ ਸਾਡਾ ਥਰਾਈਵਿੰਗ ਨੇਚਰ ਹੈ, ਹੈਲਦੀ ਲਾਈਫ ਸਟਾਈਲ ਹੈ, ਰਾਈਟ। ਔਰ ਸਡਨਲੀ ਉਸੇ ਨੂੰ ਬੰਦ ਕਰਕੇ ਅਸੀਂ ਇੱਕਦਮ ਜਿਹੜੀ ਸਾਡਾ ਪੌਜ਼ ਲੱਗ ਗਿਆ ਤਾਂ ਥੋੜੀ ਦੇਰ ਤਾਂ ਅਸੀਂ ਸਾਰੇ ਠੀਕ ਰਹੇ। ਮੈਨੂੰ ਹਲੇ ਵੀ ਯਾਦ ਹੈ ਕਿਉਂਕਿ ਮੈਂ ਆਪਣੇ ਇੱਥੇ ਮਿਡ ਮਾਰਚ ਐਲਬਰਟਾ ਵਿੱਚ ਲੋਕਡਾਊਨ ਸਟਾਰਟ ਹੋ ਗਿਆ ਸੀਗਾ। ਸੋ ਬਹੁਤ ਸਾਰੇ ਨਾ ਬੜੇ ਇਹਦੀ ਵੀ ਸਟੇजेस ਹੋਈਆਂ ਨੇ, ਆਪਟਿਮਿਸਟਿਕ ਸਟੇजेस ਹੋਈਆਂ ਨੇ, ਫਿਰ ਫਰਸਟ੍ਰੇਸ਼ਨ ਹੋ ਗਈ, ਐਂਗਰ ਹੋ ਗਈ। ਔਰ ਮੈਂ ਦੱਸਦੀ ਹਾਂ ਮਤਲਬ ਕੀ ਹੈ। ਇਨੀਸ਼ੀਅਲੀ ਜਦੋਂ ਅਸੀਂ ਮਾਰਚ ਦੇ ਵਿੱਚ ਜਿਹੜਾ ਮਿਡ ਮਾਰਚ ਜਾਂ 10 ਜਾਂ 15 ਨੂੰ ਅਨਾਉਂਸ ਹੋਇਆ ਸੀ ਕਿ ਰੈਸਟ੍ਰਿਕਸ਼ਨਸ ਲੱਗਣੀਆਂ ਨੇ, ਸਾਰੇ ਬੜੇ ਐਂਥੂਸੀਆਸਟਿਕ ਹੋ ਗਏ। ਸਕੂਲਸ ਤਾਂ ਪਹਿਲਾਂ ਹੀ ਬੰਦ ਹੋ ਗਏ, ਬੱਚੇ ਤਾਂ ਸੁਪਰ ਹੈਪੀ ਸੀਗੇ ਕਿ ਬਸ ਚਲੋ ਹੁਣ ਤਾਂ ਛੁੱਟੀਆਂ ਆਲਰੇਡੀ ਸਟਾਰਟ ਨੇ। ਸੋ ਇੱਕ ਤਰ੍ਹਾਂ ਦੀ ਇੱਕ ਐਕਸਾਈਟਮੈਂਟ ਸੀਗੀ, ਇੱਕ ਆਪਟਿਮਿਸਟਿਕ ਪੋਜ਼ਿਟਿਵ ਆਊਟਲੁੱਕ ਸੀ ਕਿ ਨਹੀਂ ਇਹ ਜ਼ਰੂਰੀ ਹੈ, ਕਰਨਾ ਹੈ, ਪ੍ਰੀਵੈਂਸ਼ਨ ਹੈ, ਫੈਲਣੀ ਨਹੀਂ ਚਾਹੀਦੀ ਇਨਫੈਕਸ਼ਨ। ਸੋ ਪਬਲਿਕ ਵੀ ਸਾਰੀ ਔਨ ਬੋਰਡ ਸੀਗੀ, ਜੋ ਵੀ ਗਵਰਨਮੈਂਟ ਜਾਂ ਪਬਲਿਕ ਹੈਲਥ ਅਫੀਸ਼ੀਅਲਸ ਸਾਡੇ ਤੇ ਲਾਗੂ ਕਰ ਰਹੇ ਸੀ। ਔਰ ਜਿਹੜੇ ਲੋਕੀ ਕੰਮ ਤੇ ਜਾ ਰਹੇ ਸੀ ਉਹਨਾਂ ਨੂੰ ਹੋ ਗਿਆ ਕਿ ਚਲੋ ਘਰੋਂ ਕੰਮ ਕਰਨਾ ਹੈ, ਸੋ ਕਮਿਊਟ ਨਹੀਂ ਕਰਨਾ ਪਊਗਾ, ਡਰਾਈਵ ਕਰਨਾ, ਕੋਈ ਅੱਧਾ ਘੰਟਾ ਜਾ ਰਿਹਾ, ਕੋਈ ਘੰਟਾ ਕਿਤੇ ਕੰਮ ਤੇ ਜਾਂਦਾ ਹੈ, ਉਹ ਚੀਜ਼ ਕੱਟ ਗਈ। ਸਵੇਰੇ ਜਲਦੀ ਥੋੜਾ 1 ਘੰਟਾ ਨਹੀਂ ਪਹਿਲਾਂ ਉਠਾਂਗੇ, ਸੋ ਸਾਰਿਆਂ ਨੂੰ ਬੈਨੀਫਿਟ ਨਜ਼ਰ ਆਉਣ ਲੱਗ ਗਏ। ਸੋ ਉਹ ਠੀਕ ਸੀ, ਐਵਰੀਬਾਡੀ ਵਾਸ ਡਿਟਰਮਿਨਡ ਕਿ ਅਸੀਂ ਕਰਨਾ ਹੈ, ਵਿਲ ਫੇਸ ਇਟ। ਜਿੱਦਾਂ ਜਿੱਦਾਂ ਟਾਈਮ ਵੱਧਦਾ ਗਿਆ, ਮਹੀਨਾ 2 ਮਹੀਨੇ 3 ਮਹੀਨੇ ਹੋ ਗਏ, ਉਸ ਟਾਈਮ ਤੇ ਜਾ ਕੇ ਜਿਹੜੀ ਉਹ ਲੈਵਲ ਜਿਹੜਾ ਸਾਡਾ ਪੋਜ਼ਿਟਿਵਿਟੀ ਘੱਟ ਹੋਣ ਲੱਗ ਗਈ ਕਿਉਂਕਿ ਉਹ ਸਾਨੂੰ ਉਹਦੇ ਤੇ ਕੋਈ ਐਂਡ ਨਜ਼ਰ ਨਹੀਂ ਆ ਰਿਹਾ ਸੀਗਾ। ਰਿਸਟ੍ਰਿਕਸ਼ਨਸ ਵੱਧਦੀਆਂ ਜਾ ਰਹੀ ਸੀ, ਸੋ ਓਵਰ ਦ ਕੇਸਿਸ। ਔਰ ਜਿਹੜੀ ਇਨਫੋਰਮੇਸ਼ਨ ਹੈ ਕਦੀ ਇਹ ਠੀਕ ਹੈ ਕਦੀ ਨਹੀਂ ਠੀਕ ਹੈ, ਉਹ ਹੋ ਰਿਹਾ ਸੀ। ਔਰ ਨਾਓ ਸਡਨਲੀ ਕਿ ਸਾਰੇ ਬੱਚੇ ਘਰੇ ਸੀਗੇ। ਹੁਣ ਬੱਚਿਆਂ ਨੂੰ ਲੈ ਕੇ ਜਿਹੜਾ ਕਿ ਹੁਣ ਬਿਲਕੁਲ ਅੱਜ ਦੀ ਤਰੀਕ ਵਿੱਚ ਵੀ ਬੜਾ ਮੁੱਦਾ ਹੈ ਕਿਉਂਕਿ ਕੁਝ ਹੀ ਹਫ਼ਤਿਆਂ ਵਿੱਚ ਸਕੂਲ ਖੁੱਲਣ ਵਾਲੇ ਨੇ। ਬੱਚਿਆਂ ਦੇ ਵੀ ਮੈਂਟਲ ਇੰਟਰੈਕਸ਼ਨ, ਉਹਨਾਂ ਦੇ ਫਰੈਂਡਸ, ਉਹਨਾਂ ਦੇ ਟੀਚਰਸ ਦੇ ਨਾਲ ਜਿਹੜੇ ਉਹਨਾਂ ਦੀ ਲਾਈਫ ਲਈ ਬਹੁਤ, ਉਹਨਾਂ ਦੀ ਆਪਣੀ ਪੋਜ਼ਿਟਿਵਿਟੀ ਵਾਲੇ ਬਹੁਤ ਜ਼ਰੂਰੀ ਹੈ। ਔਰ ਇੱਥੋਂ ਦੀ ਜੇ ਗੱਲ ਕਰੀਏ ਤਾਂ ਪੇਰੈਂਟਸ ਘਰੇ ਆਦੀ ਨਹੀਂ ਹੈ ਕਿ ਬੱਚਿਆਂ ਨੂੰ ਸੰਭਾਲਣਾ ਹੈ। ਤੁਸੀਂ ਕੰਮ ਤੇ ਜਾਂਦੇ ਹੋ, ਸਵੇਰੇ ਤੁਹਾਡੇ ਬੱਚੇ ਚਲੇ ਜਾਂਦੇ ਆ, ਉਹ ਜਿਹੜਾ ਈਵਨ ਹਸਬੈਂਡ ਵਾਈਫ ਦਾ ਇੰਟਰੈਕਸ਼ਨ ਸੀਗਾ, ਜਿਹੜਾ ਤੁਸੀਂ 8-10 ਘੰਟੇ ਤਾਂ ਅਪਾਰਟ ਰਹਿੰਦੇ ਹੋ, ਦੂਰ ਰਹਿੰਦੇ ਹੋ, ਕੰਮ ਕਰਕੇ ਆਏ, ਸ਼ਾਮ ਨੂੰ ਆ ਕੇ ਕਮ ਸੇ ਕਮ ਤੁਸੀਂ ਕਨਵਰਸੇਸ਼ਨ ਕਰ ਸਕਦੇ ਕਿ ਦਿਨ ਕਿਵੇਂ ਸੀਗਾ, ਕੀ ਹੋਇਆ। ਹੁਣ ਉਹੀ ਚੀਜ਼ ਤੁਸੀਂ 24 ਆਵਰਸ ਇੱਕ ਦੂਸਰੇ ਨੂੰ ਦੇਖ ਰਹੇ ਹੋ, ਤਾਂ 4 ਦਿਨਾਂ ਬਾਅਦ ਉਹ ਫਿਜ਼ਲ ਆਊਟ ਹੋ ਜਾਂਦਾ ਹੈ ਕਿ ਠੀਕ ਹੈ ਤੂੰ ਆਪਣੇ ਕੋਨੇ 'ਚ ਬੈ, ਮੈਂ ਆਪਣੇ ਕੋਨੇ 'ਚ ਬਹਿਣਾ, ਰਾਈਟ। ਸੋ ਇਹਦਾ ਇਹ ਪ੍ਰਭਾਵ ਬਹੁਤ ਇਨਕਰੀਜ਼ ਹੋ ਗਿਆ। ਉਹਦੇ ਨਾਲ ਹੀ ਅਸੀਂ ਦੇਖਿਆ ਕਿ ਸਾਨੂੰ ਡਿਪਰੈਸ਼ਨ, ਐਂਗਜ਼ਾਇਟੀ ਜਿੱਦਾਂ ਜਿੱਦਾਂ ਇਹ ਵੱਧਦਾ ਗਿਆ, 4-5 ਮਹੀਨੇ ਹੋ ਗਏ, ਸਾਨੂੰ ਐਂਗਰ ਵੀ ਆਉਣ, ਗੁੱਸਾ ਵੀ ਜ਼ਿਆਦਾ ਲੋਕਾਂ ਨੂੰ ਆਉਣ ਲੱਗ ਗਿਆ। ਕਿਉਂਕਿ ਹੁਣ ਸਡਨਲੀ ਕੀ ਹੋਇਆ ਕਿ ਸਾਡੀ ਆਊਟਲੈਟ ਕੋਈ ਨਹੀਂ ਹੈ। ਪਹਿਲਾਂ ਕੀ ਹੁੰਦਾ ਹੈ ਕਿ ਤੁਸੀਂ ਮੰਡੇ ਟੂ ਫਰਾਈਡੇ, ਜਿੱਥੇ ਆਪਾਂ ਕੈਨੇਡਾ ਦੀ ਗੱਲ ਕਰੀਏ, ਤੁਸੀਂ ਐਕਟਿਵ ਆਪਣੇ ਕੰਮ 'ਚ ਰੁੱਝੇ ਰਹਿੰਦੇ ਹੋ। ਯੂਜਲੀ ਫਰਾਈਡੇ, ਸੈਟਰਡੇ, ਸੰਡੇ, ਵੀਕਐਂਡ ਆ ਗਿਆ, ਕੋਈ ਨਾ ਕੋਈ ਸੋਸ਼ਲਾਈਜੇਸ਼ਨ ਹੋ ਗਈ, ਕਿਸੇ ਦੇ ਘਰ 'ਚ ਕੋਈ ਪਾਰਟੀ ਹੋ ਗਈ, ਕਿਸੇ ਦਾ ਬਰਥਡੇ ਆ ਗਿਆ, ਤੁਸੀਂ ਕਿਤੇ ਘੁੰਮਣ ਫਿਰਨ ਬਾਹਰ ਚੱਲ ਗਏ, ਰੈਸਟੋਰੈਂਟ ਚਲੇ ਗਏ। ਆਮ ਤੌਰ ਤੇ ਫੈਮਲੀਜ਼ ਇਕੱਠੀ ਹੋ ਕੇ ਚਲੀ ਜਾਂਦੀਆਂ ਨੇ, ਔਰ ਸਡਨਲੀ ਉਹ ਸਭ ਕੁਝ ਬੰਦ ਹੋ ਗਿਆ।
ਸੋ ਆਪਾਂ ਬਿਲਕੁਲ ਕੱਟ ਆਫ ਹੋ ਗਏ। ਸੋ ਹਾਂਜੀ ਇਮੋਸ਼ਨਲੀ ਵੀ ਅਸੀਂ ਜਿਹੜਾ ਥੋੜੇ ਜਿਹੇ ਡਿਪਰੈਸਡ ਹੋਣ ਲੱਗ ਗਏ, ਲਾਈਫ ਹੈ ਹੀ ਨਹੀਂ ਹੈ, ਕੁਝ ਵੀ ਕਰਨ ਨੂੰ ਨਹੀਂ ਹੈਗਾ, ਤੁਸੀਂ ਜਿਮ ਨਹੀਂ ਜਾ ਸਕਦੇ, ਤੁਸੀਂ ਆਊਟਡੋਰ ਐਕਟੀਵਿਟੀਜ਼ ਨਹੀਂ ਕਰ ਸਕਦੇ ਸੀਗੇ। ਸੋ ਇਹਦੇ ਨਾਲ ਇੱਕ ਸਾਈਕੋਲੋਜੀਕਲ ਜਿਹੜੀ ਟਰਮ ਮੈਂਟਲ ਹੈਲਥ ਦੀ ਨਵੀਂ ਆਈ ਹੈ, ਆਈਸੋਲੇਸ਼ਨ ਫਟੀਗ। ਹਾਂਜੀ ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਅਸੀਂ ਬੋਰ ਹੋਣਾ ਸ਼ੁਰੂ ਹੋ ਗਏ, ਲਾਈਕ ਉਹ ਵੀ ਬੋਰਡਮ ਹੋਣੀ ਸ਼ੁਰੂ ਹੋ ਗਈ ਕਿ ਕੁਝ ਕਰਨ ਨੂੰ ਨਹੀਂ ਹੈਗਾ। ਸੋ ਇਹ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ, ਉਹ ਮੈਂਟਲੀ ਔਰ ਇਮੋਸ਼ਨਲੀ ਬੜੀ ਇੰਪੈਕਟ ਕਰਦੀਆਂ ਨੇ। ਕਿਉਂਕਿ ਐਜ਼ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਹਿਊਮਨਸ ਅਸੀਂ ਆਦੀ ਨਹੀਂ ਹੈਗੇ, ਸਾਡੀ ਜਿਹੜੀ ਰੂਟੀਨ ਚੱਲ ਰਹੀ ਹੈ ਉਹ ਸਡਨਲੀ ਅਬਰਪਟ ਹੋ ਗਈ ਤੇ ਸਾਨੂੰ ਹੁਣ ਕੋਪਿੰਗ ਪਤਾ ਨਹੀਂ ਚੱਲਿਆ ਕਿ ਅਸੀਂ ਕੀ ਕਰੀਏ, ਕਿੱਦਾਂ ਕਰਨਾ ਹੈ। ਸੋ ਇਹਦੇ ਦੌਰਾਨ ਸੁਸਾਈਡ ਰੇਟਸ ਵੀ ਜਿਹੜੇ ਥੋੜੇ ਇੰਕਰੀਜ਼ ਹੋ ਗਏ। ਇਹ ਵੀ ਜਿਹੜੇ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਦੇ ਵੱਲੋਂ ਸਟੈਟਿਸਟਿਕਸ ਆਏ ਸੀਗੇ। ਸੋ ਇਹ ਬਹੁਤ ਜ਼ਿਆਦਾ ਹੋ ਗਿਆ ਸੀ, ਕਿਉਂਕਿ ਤੁਸੀਂ ਦੇਖੋ ਕਿ ਜੇ ਕਮ ਸੇ ਕਮ ਫੈਮਲੀਜ਼ ਤਾਂ ਟੁਗੇਦਰ ਨੇ, ਲੇਕਿਨ ਜਿਹੜਾ ਕੋਈ ਇਕੱਲਾ ਰਹਿ ਰਿਹਾ ਹਾਂਜੀ ਉਹਦਾ ਇੰਟਰੈਕਸ਼ਨ ਕੀ ਹੈਗਾ, ਉਹ ਕਿਸੇ ਨਾਲ ਗੱਲਬਾਤ ਨਹੀਂ ਕਰ ਸਕਦਾ। ਦੂਸਰੀ ਗੱਲ ਇਹ ਕਿ ਜੋ ਆਲਰੇਡੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਡਿਪਰੈਸ਼ਨ ਐਂਗਜ਼ਾਇਟੀ ਦੀ ਕੋਈ ਪ੍ਰੋਬਲਮ ਸੀਗੀ, ਉਹ ਇਸ ਦੌਰਾਨ ਹੋਰ ਜ਼ਿਆਦਾ ਵੱਧ ਗਈ। ਸੋ ਇਹ ਕਾਰਨ ਸੀਗੇ ਜਿਹੜਾ ਕਿ ਇੰਪੈਕਟ ਦੇਖਿਆ ਗਿਆ ਹੈ। ਔਰ ਇਹਦੇ ਚ ਮੈਂ ਜਿੱਦਾਂ ਯੂਜੂਅਲੀ ਕਹਿੰਦੀ ਕਿ ਫਿਜ਼ੀਕਲੀ ਤਾਂ ਆਪਾਂ ਦੇਖਦੇ ਹਾਂ ਕਿ ਸਾਨੂੰ ਕੀ ਰਿਸਟ੍ਰਿਕਸ਼ਨ ਹੈ। ਫਿਜ਼ੀਕਲੀ ਅਸੀਂ ਸੋਸ਼ਲੀ ਡਿਸਟੈਂਸ ਕਰਨਾ, ਤੁਸੀਂ 2 ਮੀਟਰ ਡਿਸਟੈਂਸ ਰੱਖੋ, ਮਾਸਕ ਪਾਓ ਹੱਥ ਤੋਂ। ਮੈਂਟਲੀ ਇਮੋਸ਼ਨਲੀ ਹੋ ਗਿਆ ਕਿ ਕਮਿਊਨੀਕੇਸ਼ਨ ਘਟ ਗਈ। ਸੋ ਔਰ ਇੱਕ ਸਪਿਰਿਚੁਅਲੀ, ਇਹਦਾ ਮੈਂ ਅੱਗੇ ਜਾ ਕੇ ਦੱਸੂਗੀ ਥੋੜਾ ਜਿਹਾ, ਬਟ ਇਹ ਐਬਸੋਲੂਟਲੀ ਤੁਹਾਡੀ ਗੱਲ ਸਹੀ ਹੈ ਕਿ ਜਿਹੜਾ ਸਾਡਾ ਲਾਕਡਾਊਨ ਦਾ ਇੰਪੈਕਟ ਸਾਡੀ ਮੈਂਟਲ ਹੈਲਥ ਤੇ ਬਹੁਤ ਜ਼ਿਆਦਾ ਪਿਆ ਹੈ। ਔਰ ਇਹਦਾ ਅਸਰ ਅਸੀਂ ਹੁਣ ਤੱਕ ਦੇਖ ਰਹੇ ਹਾਂ ਔਰ ਅੱਗੇ ਵੀ ਦੇਖਣ ਨੂੰ ਮਿਲੂਗਾ, ਕਿਉਂਕਿ ਇਹ ਹਲੇ ਸਿਚੁਏਸ਼ਨ ਕੰਪਲੀਟਲੀ ਜਿਹੜੀ ਹੈ ਓਵਰ ਨਹੀਂ ਹੋਈ ਹੈ। ਹਾਂਜੀ ਤਾਂ ਕੁਲਚੰਦ ਜੀ, ਜੇ ਆਪਾਂ ਗੱਲ ਕਰੀਏ ਮਤਲਬ ਇਹ ਜਿਹੀਆਂ ਸਿਚੁਏਸ਼ਨਸ ਲਾਈਫ ਚ, ਮਤਲਬ ਆਪਾਂ ਨੂੰ ਨਹੀਂ ਪਤਾ ਸੀ ਨਾ ਕੋਵਿਡ-19 ਆਉਣਾ, ਕਿਸੇ ਨੂੰ ਨਹੀਂ ਪਤਾ ਸੀ ਕਦੇ ਐਵੇਂ ਹੋ ਜਾਣਾ। ਮਤਲਬ ਆਪਾਂ ਨੂੰ ਹੁਣ ਨਹੀਂ ਪਤਾ ਅੱਗੇ ਕੀ ਹੋਣਾ, ਹਨਾ। ਮਤਲਬ ਲਾਈਫ ਚ ਪੂਰੇ ਗਲੋਬਲੀ ਜਾਂ ਪਰਸਨਲੀ, ਮਤਲਬ ਇੰਡੀਵਿਜੂਅਲ ਵੀ ਲਾ ਲਈਏ, ਜੇ ਆਪਾਂ ਕਿਸੇ ਵੀ ਇਨਸਾਨ ਦੀ ਲਾਈਫ ਚ ਇਹੋ ਜਿਹੀ ਪ੍ਰੋਬਲਮ ਆਉਂਦੀ ਆ, ਤਾਂ ਮਤਲਬ ਕੀ ਤੁਹਾਨੂੰ ਲੱਗਦੇ ਨੇ ਕਿ ਜਿਹੜੇ ਸੋਲਿਊਸ਼ਨਸ ਹੁੰਦੇ ਨੇ ਇਹਨਾਂ ਚੀਜ਼ਾਂ ਦੇ, ਕਿਵੇਂ ਅਸੀਂ ਨਾਲ ਕੋਪ ਅਪ ਕਰ ਸਕਦੇ ਹਾਂ? ਕੋਈ ਥੋੜਾ ਬਹੁਤ ਮਤਲਬ ਇਹਨਾਂ ਚੋਂ ਨਿਕਲਣ ਦਾ ਤਰੀਕੇ ਜਿਹੜੇ ਤੁਹਾਨੂੰ ਲੱਗਦੇ ਹੋਣ। ਦੇਖੋ, ਮੇਰੇ ਖਿਆਲ ਕਿ ਸਾਨੂੰ ਜਿਹੜੀ ਹੈ ਪਰਮਾਤਮਾ ਨੇ ਇੱਕ ਸਿਚੁਏਸ਼ਨ ਪਾ ਕੇ ਇੱਕ ਬਹੁਤ ਵੱਡਾ ਜਿਹੜਾ ਲਾਈਫ ਦਾ ਲੈਸਨ ਹੈ, ਮੇਰੀ ਪਰਸਨਲ ਓਪੀਨੀਅਨ ਹੈ, ਕੁਝ ਲੋਕ ਨਹੀਂ ਵੀ ਪਰਮਾਤਮਾ ਨੂੰ ਮੰਨਦੇ, ਬਟ ਜੋ ਵੀ ਚਲੋ ਕਹਿ ਲੋ, ਇੱਕ ਓਪਰਚੁਨਿਟੀ ਇਨਸਾਨ ਨੂੰ ਦਿੱਤੀ, ਕਿਉਂਕਿ ਅਸੀਂ ਬਹੁਤ ਤੇਜ਼ੀ ਨਾਲ ਆਪਣੀ ਤਰੱਕੀ ਵੱਲ ਵੱਧ ਰਹੇ ਹਾਂ ਬਹੁਤ ਸਾਰੇ ਸਾਲਾਂ ਤੋਂ, ਸੈਂਚੁਰੀਜ਼ ਹੋ ਗਈਆਂ ਨੇ, ਕਿ ਅਸੀਂ ਹਰ ਚੀਜ਼ ਆਪਣੇ ਬੈਨੀਫਿਟ ਲਈ ਬਹੁਤ ਚੰਗੀ ਕੀਤੀ ਹੈ। ਇੱਕ ਇਨਸਾਨ ਹੀ, ਕਿਉਂਕਿ ਜਾਨਵਰ ਵੀ ਨੇ, ਇੱਕ ਇਨਸਾਨ ਵੀ ਹੈ, ਹਰ ਲਿਵਿੰਗ ਕ੍ਰੀਚਰ ਜਿਹੜਾ ਦੂਸਰਾ ਹੈ, ਉਹਦਾ ਮਤਲਬ ਹੈ ਉਹਨੇ ਖਾਣਾ ਲੈਣਾ ਹੈ, ਉਹਨੇ ਆਪਣੇ ਰਿਪਰੋਡਕਸ਼ਨ ਕਰਨੀ ਹੈ, ਉਹਨੇ ਆਪਣੇ ਬੱਚਿਆਂ ਨੂੰ ਸੰਭਾਲਣਾ ਹੈ, ਚਾਹੇ ਉਹ ਕੁੱਤੇ ਦੇ ਬੱਚੇ ਹੋਣ, ਚਾਹੇ ਉਹ ਕਿਸੇ ਸ਼ੇਰ ਦੇ ਹੋਣ, ਚਾਹੇ ਉਹ ਬਤਖ ਦੇ ਹੋਣ, ਕੋਈ ਵੀ। ਇੱਕ ਇਨਸਾਨ ਹੀ ਐਸੀ ਸਪੀਸੀਜ਼ ਹੈ ਪੂਰੇ ਪਲੈਨਟ ਤੇ ਜਿਹਨੂੰ ਇਹ ਪਰਮਾਤਮਾ ਨੇ ਇਹ ਦਿਮਾਗ ਜਾਂ ਇੱਕ ਇੰਟੈਲੀਜੈਂਸ ਦਿੱਤੀ ਹੈ ਕਿ ਉਹ ਇਵੋਲਵ ਹੋ ਸਕਦਾ ਹੈ, ਉਸ ਸਿਚੁਏਸ਼ਨ ਨੂੰ ਹੋਰ ਚੰਗੀ ਕਰ ਸਕਦਾ ਹੈ ਜਾਂ ਮੰਦੀ ਕਰ ਸਕਦਾ ਹੈ। ਸੋ ਬਾਕੀ ਨਹੀਂ ਤਾਂ ਸਾਡਾ ਤੇ ਜਾਨਵਰਾਂ 'ਚ ਫਿਰ ਕੋਈ ਫਰਕ ਨਹੀਂ ਹੈ ਕਿ ਖਾਣਾ ਖਾਣਾ, ਰਿਪਰੋਡਿਊਸ ਕਰਨਾ, ਬੱਚਿਆਂ ਨੂੰ ਸੰਭਾਲਣਾ, ਪੈਦਾ ਕਰਨਾ, ਉਹ ਤਾਂ ਫਿਰ ਸਾਰੇ ਕਰ ਹੀ ਰਹੇ ਨੇ। ਲੇਕਿਨ ਅਸੀਂ ਐਜ਼ ਅ ਹਿਊਮਨ ਸਪੀਸੀਜ਼ ਅਸੀਂ ਕਿੰਨਾ ਕੁ ਇਵੋਲਵ ਕੀਤਾ, ਕਿਤੇ ਨਾ ਅਸੀਂ ਆਪਣੇ ਆਪ ਨੂੰ ਉਸ ਤੋਂ ਡਿਸਕਨੈਕਟ ਕਰ ਲਿਆ। ਸੋ ਮੇਰਾ ਇਹ ਮੰਨਣਾ ਹੈ, ਕਈ ਲੋਕ ਨਹੀਂ ਅਗਰੀ ਕਰਨਗੇ, ਕਿ ਇਹ ਸਾਨੂੰ ਨੇਚਰ ਨੇ ਇੱਕ ਓਪਰਚੁਨਿਟੀ ਦਿੱਤੀ ਕਿ ਸੰਭਲ ਜਾਓ, ਇਹ ਤੁਹਾਡਾ। ਔਰ ਇਹ ਕਿਉਂਕਿ ਜਦੋਂ ਦਸੰਬਰ ਸੀਗਾ, ਜਨਵਰੀ ਵੀ ਆਇਆ ਸੀ ਨਵੇਂ ਸਾਲ ਤੇ, ਕਿਸੇ ਨੇ ਨਹੀਂ ਸੋਚਿਆ ਸੀ ਕਿ ਆਉਣ ਵਾਲਾ 2020 ਇੰਨਾ ਕੁ ਖਰਾਬ ਹੋਊਗਾ, ਕਿਉਂਕਿ ਇਸ ਦੇ ਦੌਰਾਨ ਲੋਕਾਂ ਨੇ ਬਹੁਤ ਕੁਝ ਫੇਸ ਕੀਤਾ, ਨਾਟ ਓਨਲੀ ਕਿ ਆਪਣੇ ਹੈਲਥ ਇਸ਼ੂਜ਼ ਨੇ, ਲੇਕਿਨ ਫਾਈਨੈਂਸ਼ੀਅਲ ਦਿੱਕਤਾਂ ਕਿੰਨੀਆਂ ਹੋ ਗਈਆਂ ਨੇ, ਲੋਕਾਂ ਦੀ ਜੌਬਸ ਚਲੀ ਗਈਆਂ ਨੇ, ਕਿਉਂਕਿ ਗਲੋਬਲ ਇਕੋਨਮੀ ਅਫੈਕਟ ਹੋਈ ਹੈ, ਇਨਕਮ ਨਹੀਂ ਆ ਰਹੀ ਹੈ, ਜਿਹੜੇ ਬਿਮਾਰ ਸੀ ਹੋਰ ਪ੍ਰੋਬਲਮੈਟਿਕ, ਔਰ ਕਈ ਲੋਕ ਜਿਨ੍ਹਾਂ ਨੂੰ ਕਿ ਕੋਵਿਡ ਇਨਫੈਕਸ਼ਨ ਹੋਈ, ਵਿਚਾਰੇ ਕਈ ਚੱਲ ਬਸੇ, ਜਾਂ ਕਈ ਫੈਮਲੀਜ਼ ਇਫੈਕਟ ਕੀਤਾ ਹੈ। ਸੋ ਜ਼ਿੰਦਗੀ ਹਮੇਸ਼ਾ ਚੈਲੰਜਸ ਲਿਆਊਗੀ, ਇਹ ਕਿਸੇ ਨੂੰ ਇਹ ਕਦੀ ਮੈਂ ਇਹ ਨਹੀਂ ਮੰਨਦੀ ਕਿ ਜੀ ਬਹੁਤ ਸਮੂਥ ਸੀਲਿੰਗ ਲਾਈਫ ਹੈ, ਬਾਹਰੋਂ ਤੁਹਾਨੂੰ ਕੁਝ ਵੀ ਦਿਖਦਾ ਰਹੇ, ਲੇਕਿਨ ਜ਼ਿੰਦਗੀ ਜੇ ਉਤਾਰ ਚੜਾਵ ਨਾ ਹੋ ਤਾਂ ਐਕਸਾਈਟਮੈਂਟ ਵੀ ਨਹੀਂ ਰਹਿੰਦੀ ਹੈ। ਔਰ ਜਿਹੜਾ ਇਹ ਕੋਵਿਡ ਦੀ ਸਿਚੁਏਸ਼ਨ ਹੋਈ ਹੈ, ਤੋਂ ਅਸੀਂ ਕਈ ਕੁਝ ਲੈਸਨਸ ਲਰਨ ਕਰ ਸਕਦੇ ਹਾਂ। ਮੈਂ ਕਈ ਵਾਰ ਜਿਹੜੀ ਹੈ ਕਿ ਆਪਣੀ ਕਮਿਊਨਿਟੀ ਵਿੱਚ ਵੀ, ਚਾਹੇ ਗੁਰਦੁਆਰਾ ਸਾਹਿਬ ਹੋਣ ਜਾਂ ਮੰਦਿਰ ਹੋਵੇ, ਜਾਂ ਕਿਤੇ ਵੀ ਮੈਨੂੰ ਮੌਕਾ ਮਿਲਦਾ ਹੈ, ਕਿਤੇ ਵੀ ਮੈਨੂੰ ਆਪਣੀ ਟਾਕ ਪ੍ਰੈਜ਼ੈਂਟ ਕਰਨ ਦਾ ਮੌਕਾ ਮਿਲਦਾ, ਔਰ ਹਾਲ ਹੀ ਕੋਵਿਡ ਦੇ ਦੌਰਾਨ ਕਾਫੀ ਮੈਂਟਲ ਹੈਲਥ ਤੇ ਮੈਂ ਡਿਸਕਸ਼ਨ ਕੀਤੀ ਹੈ ਕਿ ਇਸ ਤੋਂ ਅਸੀਂ ਕੀ ਸਿੱਖਣਾ ਚਾਹੁੰਦੇ ਹਾਂ। ਠੀਕ ਹੈ, ਦਿੱਕਤ ਆਈ ਹੈ,
ਬਹੁਤ ਸਾਰੀ ਜੌਬ ਲੌਸਸ ਨੇ। ਅਗਲਾ ਕੋਈ ਕਹੂਗਾ ਜੀ ਮੇਰਾ ਤਾਂ ਖਾਣੇ ਦਾ ਇੰਤਜ਼ਾਮ ਨਹੀਂ ਹੋ ਰਿਹਾ, ਤੇ ਤੁਹਾਨੂੰ ਤੁਸੀਂ ਇਹ ਸੋਚੋ ਕਿ ਮੈਨੂੰ ਕੀ ਸਿੱਖਣ ਦੀ ਇਹ ਤੋਂ ਉਮੀਦ ਹੈ, ਕਿਉਂਕਿ ਰਫਤਾਰ ਬਹੁਤ ਤੇਜ਼ ਸੀ ਜ਼ਿੰਦਗੀ ਦੀ। ਹੁਣ ਸਡਨਲੀ ਉੱਤੇ ਥੋੜੀ ਜਿਹੀ ਬ੍ਰੇਕਾਂ ਲੱਗ ਗਿਆ। ਬਹੁਤ ਸਾਰੇ ਲੋਕ ਜਿਹੜੇ ਆ ਕਿ ਫੈਮਿਲੀ, ਮੈਂ ਹੁਣ ਤੁਹਾਨੂੰ ਆਪਣੇ ਇੱਕ ਹੈਲਥ ਪ੍ਰੈਕਟੀਸ਼ਨਰ ਹੋਣ ਦੇ ਨਾਤੇ ਜਿਹੜਾ ਕਿ ਮੈਂ ਬਹੁਤ ਹਮੇਸ਼ਾ ਲੋਕਾਂ ਨੂੰ, ਪੇਸ਼ੈਂਟਸ ਨੂੰ ਦੱਸਦੀ ਹਾਂ, ਔਰ ਸਭ ਹੱਸ ਕੇ ਚਲੇ ਜਾਂਦੇ ਨੇ ਜਾਂ ਕੋਈ ਠੀਕ ਹੈ ਜੀ ਹਾਂ ਤੇ ਇਹ ਕਰਦੇ। ਅਕਸਰ ਕੋਈ ਮੰਨ ਲਓ ਇੱਕ ਉਦਾਹਰਨ ਦੇ ਤੌਰ ਤੇ ਕੋਈ ਬਿਮਾਰ ਆਂਦਾ ਹੈ, ਉਹ ਕਹੇਗਾ ਜੀ ਮੈਨੂੰ ਮਾਈਗ੍ਰੇਨ ਹੈ ਜਾਂ ਮੇਰਾ ਪੇਟ ਦਾ ਦਰਦ ਹੈ। ਮੈਂ ਹਮੇਸ਼ਾ ਉਹਨੂੰ ਕਈ ਪਰਸਪੈਕਟਿਵਸ ਤੇ ਦੇਖਦੀ ਹਾਂ। ਠੀਕ ਹੈ, ਇੱਕ ਮੈਡੀਕਲ ਕਾਰਨ ਹੋ ਸਕਦਾ ਹੈ, ਸ਼ਾਇਦ ਤੁਹਾਡਾ ਪੇਟ ਖਰਾਬ ਹੋਏ, ਸ਼ਾਇਦ ਤੁਹਾਨੂੰ ਕੋਈ ਪ੍ਰੋਬਲਮ ਹੈ, ਮੈਡੀਕਲ ਇਸ਼ੂ ਹੈ, ਮਾਈਗ੍ਰੇਨ ਦਾ ਇਸ਼ੂ ਕਈ ਚੀਜ਼ਾਂ ਨਾਲ ਰਿਲੇਟਡ ਹੈ। ਲੇਕਿਨ ਰਿਪੀਟਡਲੀ ਜੇ ਉਹ ਚੀਜ਼ ਆ ਰਹੀ ਹੈ ਤੇ ਮੈਂ ਜ਼ਰੂਰ ਪੁੱਛਦੀ ਹਾਂ ਕਿ ਤੁਹਾਡੀ ਲਾਈਫ ਸਟਾਈਲ ਹੋਰ ਕਿੱਦਾਂ, ਕੀ ਕਰ ਰਹੇ ਹੋ, ਡਾਈਟ ਕਿਵੇਂ ਹੈ, ਐਕਸਰਸਾਈਜ਼ ਕਰਦੇ ਹੋ। ਕੋਈ ਵੀ ਡਾਕਟਰ ਹੈ, ਜਿੰਨੇ ਵੀ ਡਾਕਟਰ, ਖਾਸ ਕਰ ਮੈਂ ਜਿਨ੍ਹਾਂ ਨਾਲ ਕੰਮ ਕੀਤਾ ਹਾਲ ਤੱਕ, ਹਮੇਸ਼ਾ 3 ਚੀਜ਼ਾਂ ਡਾਕਟਰਸ ਕਹਿੰਦੇ ਨੇ ਕਿ ਡਾਈਟ, ਐਕਸਰਸਾਈਜ਼ ਔਰ ਤੁਹਾਡਾ ਸਟ੍ਰੈਸ ਲੈਵਲ, ਇੱਕ ਤੁਹਾਡੀ ਨੀਂਦ। ਇਹ ਚੀਜ਼ਾਂ ਕੀ ਮਾਇਨੇ ਰੱਖਦੀਆਂ ਨੇ ਔਰ ਕਿੰਨਾ ਕੁ ਹੈਗਾ ਤੁਹਾਡੀ ਜ਼ਿੰਦਗੀ ਵਿੱਚ। ਔਰ ਅਕਸਰ ਲੋਕ, ਹਾਂ ਜੀ ਉਹ ਤਾਂ ਆਮ ਤੌਰ ਤੇ, ਜੇ ਮੈਂ ਪੁੱਛਦੀ ਹਾਂ ਕਾਮਨ ਸਵਾਲ ਕਿ ਸਟ੍ਰੈਸ ਲੈਵਲ ਤੁਹਾਡਾ ਕੀ ਹੈ, ਉਹ ਕਹਿਣਗੇ ਜੀ ਮੇਰੇ ਢਿੱਡ ਦੇ ਦਰਦ ਨਾਲ ਉਹਦਾ ਕੀ ਲੈਣਾ ਦੇਣਾ। ਬਹੁਤ ਲੈਣਾ ਦੇਣਾ, ਬਹੁਤ ਕੁਝ ਹੋ ਸਕਦਾ ਹੈ, ਰਾਈਟ। ਪਰ ਉਹਨੂੰ ਅਸੀਂ ਨਾ ਸੁਣੀ ਜੀ ਕਰ ਦਿੰਦੇ ਹਾਂ ਕਿ ਚਲੋ ਠੀਕ ਹੈ, ਡਾਕਟਰ ਨੇ ਕੀ ਕਹਿਣਾ, ਇਹਨੇ ਇਹੀ ਪੁੱਛੀ ਜਾਣਾ। ਲੇਕਿਨ ਪੁੱਛਣ ਦਾ ਭਾਵ ਇਹ ਕਿ ਤੁਹਾਡੀ ਬੋਡੀ, ਇੰਗਲਿਸ਼ ਦਾ ਇੱਕ ਹੈਗਾ ਪ੍ਰੋਵਰਬ ਕਿ ਇਟ ਫਰਸਟ whispers at you, what it means ਕਿ ਜੇ ਤੁਹਾਨੂੰ ਹੁਣ ਥੋੜਾ ਹਲਕਾ ਹਲਕਾ ਆਪਾਂ ਨੂੰ ਸਰ ਦਰਦ ਹੋ ਰਿਹਾ ਹੈ ਤੇ ਆਪਾਂ ਉਹਨੂੰ ਕਹਿੰਦੇ ਕਿ ਚੱਲ ਮੈਂ ਥੋੜਾ ਥੱਕ ਗਈ, ਅੱਜ ਐਕਸਟਰਾ ਕੰਮ ਹੋ ਗਿਆ, ਗੋਲੀ ਖਾ ਲਓ, ਗੋਲੀ ਖਾ ਲਈ। then it nudges at you, nudges ਕਹਿੰਦੇ ਕਿ ਹੋਰ ਥੋੜਾ ਜਿਹਾ ਬੋਡੀ ਕਰਦੀ ਹੈ ਕਿ ਧੱਕਾ ਜਿਹਾ ਦਿੰਦੀ ਹੈ ਕਿ ਨਹੀਂ, ਹੁਣ ਪਹਿਲਾਂ ਤੁਹਾਨੂੰ ਸਿਰ ਦਰਦ ਦੇ ਜਿਹੜਾ ਮਹੀਨੇ 'ਚ ਇੱਕ ਵਾਰ ਹੁੰਦਾ ਸੀ, ਹੁਣ ਮਹੀਨੇ 'ਚ 2-3 ਵਾਰ ਹੋਣਾ ਸ਼ੁਰੂ ਹੋ ਗਿਆ। ਤੁਸੀਂ ਫਿਰ ਵੀ ਕਹਿੰਦੇ ਹੋ ਕਿ ਠੀਕ ਹੈ, ਆ ਚੀਜ਼ ਹੋ ਗਈ, ਥੋੜਾ ਬਹੁਤ ਡਾਕਟਰ ਚਲੇ ਗਏ, ਕੋਈ ਗੋਲੀ ਹੋਰ ਚੇਂਜ ਕਰ ਲਓ। ਫਿਰ ਇੱਕ ਐਸਾ ਟਾਈਮ ਆਂਦਾ ਹੈ ਕਿ the body screams at you or shouts at you, ਮਤਲਬ ਕਿ ਉਹ ਫਿਰ ਐਸਾ ਹੈ ਕਿ ਤੁਹਾਡਾ ਕੋਈ ਨਾ ਕੋਈ, ਤੁਸੀਂ ਐਮਰਜੈਂਸੀ 'ਚ ਪਹੁੰਚ ਜਾਓਗੇ, ਜਾਂ ਡਾਕਟਰ ਤੁਹਾਨੂੰ ਐਸੀ ਕੋਈ ਟੈਸਟ ਕਰਕੇ ਖਬਰ ਦੱਸੇਗਾ ਜਿਹੜੀ ਕਿ ਤੁਸੀਂ ਕਹੋਗੇ ਕਿ ਇਹ ਤਾਂ ਐਕਸਪੈਕਟਡ ਹੀ ਨਹੀਂ ਸੀ, ਕੋਈ ਐਸਾ ਡਾਇਗਨੋਸਿਸ ਨਿਕਲ ਆਂਦਾ ਹੈ। ਤੋ ਕਹਿਣ ਦਾ ਭਾਵ ਇਹ ਕਿ, ਔਰ ਜਦੋਂ ਤੁਹਾਨੂੰ ਇਹ ਐਸੀ ਕੋਈ ਚੀਜ਼ ਆਫਰ ਹੁੰਦੀ, ਜਾਂ ਤੁਹਾਨੂੰ, ਮੈਂ ਆਪਣੀ ਫੀਲਡ ਦੀ ਗੱਲ ਕਰ ਲਈ ਹੈ, ਕਈ ਵਾਰ ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਇਹ ਡਾਇਗਨੋਸਿਸ ਨੇ ਕਿ ਜੇ ਮੰਨ ਲਓ ਉਹਨੂੰ ਕੈਂਸਰ ਹੈ ਜਾਂ ਉਹਦੇ ਕੋਈ ਟਿਊਮਰ ਨਿਕਲ ਆਇਆ, ਤਾਂ ਉਹਨੂੰ ਬੜਾ ਸ਼ੌਕ ਫੈਕਟਰ ਲੱਗਦਾ ਹੈ। ਬਿਲਕੁਲ ਸਹੀ ਗੱਲ ਹੈ, ਲੱਗਣਾ ਵੀ ਚਾਹੀਦਾ ਹੈ। ਲੇਕਿਨ ਨਾਲ ਦੇ ਨਾਲ ਉਹ ਇਹ ਕਹਿੰਦਾ ਕਿ ਹੁਣ ਮੈਂ ਸਾਰਾ ਕੁਝ ਆਪਣਾ ਬਦਲਾਵ ਜ਼ਿੰਦਗੀ 'ਚ 360 ਡਿਗਰੀਜ਼ ਕਰ ਦੇਣਾ। ਲੇਕਿਨ ਉਸ ਟਾਈਮ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕਈ ਲੋਕ ਸਕਸੈਸਫੁਲ ਹੋ ਜਾਂਦੇ ਨੇ, ਲੇਕਿਨ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਤੱਕ ਅਸੀਂ ਸਭ ਕੁਝ ਗਿਵ ਅਪ ਕਰਨ ਲਈ, ਹੁਣ ਜੀ ਮੈਂ 12 ਘੰਟੇ ਨੌਕਰੀ ਨਹੀਂ ਕਰਨੀ, ਮੈਂ 4 ਘੰਟੇ ਸਿਰਫ ਨੀਂਦ ਸੋਣਾ ਹੈਗਾ, ਹੁਣ ਮੈਂ ਪ੍ਰੋਪਰ ਲਾਈਫ ਆਪਣੀ ਠੀਕ ਖਾਣਾ ਖਾਣਾ ਹੈ, ਉਹੀ ਚੀਜ਼ਾਂ ਤੁਹਾਨੂੰ ਜ਼ਿੰਦਗੀ ਪਹਿਲਾਂ ਤੋਂ ਦੱਸਦੀ ਆ ਰਹੀ ਹੈ ਕਰਨ ਵਾਸਤੇ, ਲੇਕਿਨ ਆਪਾਂ ਇਗਨੋਰ ਕਰ ਦਿੰਦੇ ਹਾਂ। ਸੋ ਕਹਿਣ ਦਾ ਭਾਵ ਇਹ ਕਿ ਇਸੇ ਤਰ੍ਹਾਂ ਸ਼ਾਇਦ ਨੇਚਰ ਨੇ ਸਾਨੂੰ ਇਹ ਸਲੋਲੀ ਇਹ ਕੀਤਾ ਕਿ ਹਿਊਮਨ ਬੀਇੰਗਸ ਥੋੜੇ ਸੁਧਰ ਜਾਣ, ਕਿਉਂਕਿ ਅਸੀਂ ਬੜੀ ਤਰੱਕੀ ਕਰ ਲਈ, ਸਾਰਾ ਕੁਝ ਆਪਣੀ ਬੈਨੀਫਿਟ ਲਈ ਕਰ ਲਿਆ, ਅਸੀਂ ਨੇਚਰ ਨੂੰ ਇਗਨੋਰ ਕਰਤਾ। ਸਾਡੀਆਂ ਰਿਵਰਸ, ਵਾਟਰਸ ਸਾਰੇ ਅਬਿਊਜ਼ ਹੋ ਰਹੇ ਸੀ, ਪ੍ਰਕਿਰਤੀ ਪੋਲਿਊਸ਼ਨ ਕਿੰਨਾ ਹੋ ਗਿਆ, ਆਪਾਂ ਹੀ ਖਬਰਾਂ ਪੜ੍ਹਦੇ ਰਹਿੰਦੇ, এনवायरमेंट 'ਚ ਬੜਾ ਕੁਝ ਹੋ ਗਿਆ। ਸੋ ਆਈ ਥਿੰਕ ਨੇਚਰ ਨੇ ਇੱਕ ਝਟਕਾ ਦੇਤਾ, ਜਿੱਥੇ ਕਿ ਸਾਡਾ ਬਿਲਕੁਲ ਹੀ ਲੋਕਡਾਊਨ ਲਾਤਾ ਕਿ ਆਇਆ ਹੁਣ ਡੀਲ ਵਿਦ ਇਟ, ਠੀਕ ਹੈ। ਤੋ ਸਾਨੂੰ ਮਤਲਬ ਹੌਲੇ ਹੌਲੇ ਦੱਸਿਆ ਜਾ ਰਿਹਾ ਸੀ ਸਾਨੂੰ, ਕਿਤੇ ਭੂਚਾਲ ਆ ਗਿਆ, ਨੇਚਰ ਕਹਿੰਦੀ ਹੈ, ਕਿਤੇ ਕੁਝ ਫਲੱਡ ਆ ਗਿਆ, ਕਿਤੇ ਕੁਝ ਹੋਰ ਚੀਜ਼ ਜਿੱਦਾਂ ਨੈਚੁਰਲ ਕੈਲੈਮਿਟੀ ਆਪਾਂ ਕਹਿ ਦਿੰਦੇ ਆ, ਲੇਕਿਨ ਇਨਸਾਨ ਨੇ ਇਗਨੋਰ ਕੀਤਾ। ਹੁਣ ਇੱਕ ਛੋਟੀ ਜਿਹੀ ਵਾਇਰਸ ਜਿਹੜੀ ਕੋਈ ਦੇਖ ਵੀ ਨਹੀਂ ਸਕਦਾ, ਔਰ ਮਾਈਕਰੋਸਕੋਪ ਦੇ ਵਿੱਚ ਵੀ ਮਿਲੀਮੀਟਰ, ਉਹਨੇ ਸਾਰੀ ਦੁਨੀਆ ਸਟੈਂਡ ਸਟਿਲ ਕਰਤੀ। ਸੋ ਇੱਕ ਤਰਫੋਂ ਇਹ ਵੀ ਹੈ ਕਿ ਆਪਾਂ ਜੋ ਸਮਝਦੇ ਹਾਂ ਕਿ ਆਪਾਂ ਬਹੁਤ ਇੰਟੈਲੀਜੈਂਟ ਹੈ, ਬਹੁਤ ਸਮਾਰਟ ਹੈ ਹਿਊਮਨ ਬੀਇੰਗਸ, ਸਾਡੇ ਤੋਂ ਵੀ ਇੱਕ ਉੱਤੇ ਸੁਪਰੀਮ ਪਾਵਰ ਹੈ, ਇੱਕ ਯੂਨੀਵਰਸਲ ਜਿਹੜੀ એનર્ਜੀ ਹੈਗੀ ਜਿਹੜੀ ਕੰਟਰੋਲ ਕਰਦੀ, ਕਿਉਂਕਿ ਤੁਹਾਡੇ ਹੱਥ 'ਚ ਕੁਝ ਨਹੀਂ ਹੈਗਾ। ਇਸੇ ਨੂੰ ਜੇ ਆਪਾਂ ਆਪਣੀ ਜ਼ਿੰਦਗੀ ਵਿੱਚ ਵੀ ਅਪਲਾਈ ਕਰੀਏ ਤਾਂ ਆਈ ਥਿੰਕ ਬਹੁਤ ਸਾਰੀਆਂ ਸਾਡੀ ਉਲਝਣਾਂ ਜਿਹੜੀਆਂ ਕਿ ਸੈਟਲ ਹੋ ਜਾਣਗੀਆਂ, ਜਾਂ ਜ਼ਿੰਦਗੀ ਨੂੰ ਇੱਕ ਡਿਫਰੈਂਟ ਨਜ਼ਰੀਏ ਨਾਲ ਦੇਖੀਏ। ਹੁਣ ਜੇ ਘਰ ਦੀ ਗੱਲ ਕਰੀਏ, ਕੋਵਿਡ ਦੇ ਲੋਕਡਾਊਨ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਟਾਈਮ ਮਿਲਿਆ ਕਿ ਆਪਣੇ ਬੱਚਿਆਂ ਨਾਲ, ਫੈਮਿਲੀ ਨਾਲ ਬੈਠ ਕੇ ਗੱਲ ਕਰਨ, ਕਿਉਂਕਿ ਅਸੀਂ ਅਕਸਰ ਕਹਿੰਦੇ ਆ ਕਿ ਮੀਡੀਆ ਘੱਟ, ਫੋਨਸ ਤੇ ਰਹੋ, ਕੰਪਿਊਟਰ ਤੇ ਘੱਟ ਰਹੋ। ਸੋ ਹੁਣ ਕੀ ਹੋਇਆ, ਕੋਵਿਡ ਕੇ ਕਰਕੇ ਲੋਕੀ ਪੂਰਾ ਟਾਈਮ ਘਰੇ ਨੇ, ਬਟ ਨਾਲ ਬੈ ਕੇ ਖਾਣਾ ਖਾ ਰਹੇ ਨੇ, ਕਹਿੰਦੇ ਨਾ ਰਾਤ ਦਾ ਖਾਣਾ ਇਕੱਠੇ ਖਾਓ, ਹੁਣ ਤਾਂ ਉਹ ਸਵੇਰੇ ਸ਼ਾਮ ਸਭੀ ਇਕੱਠਾ ਖਾ ਰਹੇ ਨੇ, ਰਾਈਟ। ਜਿਹੜੇ ਘਰ 'ਚ ਫੈਮਿਲੀਜ਼ ਨੇ ਇੰਟਰੈਕਸ਼ਨ ਹੋ ਰਿਹਾ, ਮਾਂ ਪਿਓ ਜਿਹੜੇ ਨੇ ਬੱਚਿਆਂ ਨਾਲ ਗੱਲ ਕਰ ਰਹੇ ਨੇ,
ਔਰ ਇਹ ਮੈਂ ਇਨਕਰੇਜ ਵੀ ਕੀਤਾ ਹੈ ਕਿ ਜਿਹੜੇ ਕਿਉਂਕਿ ਸਭ ਤੋਂ ਜ਼ਿਆਦਾ ਅਫੈਕਟਡ ਪੋਪੂਲੇਸ਼ਨ ਇਸ ਦੌਰਾਨ ਰਹੀ ਹੈ ਔਰਤਾਂ ਦੀ, ਬੱਚਿਆਂ ਦੀ ਤੇ ਸੀਨੀਅਰ ਸਿਟੀਜ਼ਨਸ। ਹਾਂਜੀ ਵੈਸੇ ਤਾਂ ਸਾਰੇ ਅਫੈਕਟਡ ਰਹੇ ਨੇ, ਮੈਂ ਆਦਮੀਆਂ ਨੂੰ ਨਹੀਂ ਛੱਡਣਾ ਚਾਹਾਂਗੀ, ਬਟ ਇੱਕ ਜਨਰਲ ਜਿਹੜਾ ਸਰਵੇ ਸਟੈਟਿਸਟਿਕ ਸ਼ੋ ਕਰ ਰਿਹਾ ਹੈ ਔਰਤਾਂ ਦਾ, ਜਿੱਦਾਂ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਕੋਵਿਡ ਕਰਕੇ ਕਈਆਂ ਦੀ ਨੌਕਰੀਆਂ ਚਲੀ ਗਈਆਂ, ਘਰ 'ਚ ਬੱਚਿਆਂ ਨੂੰ ਸੰਭਾਲਣਾ ਪੈ ਰਿਹਾ, ਬਹੁਤ ਦਿੱਕਤਾਂ ਜਿਹੜੀਆਂ ਫਾਈਨੈਂਸ਼ਲੀ, ਵੈਸੇ ਵੀ ਫਾਈਨੈਂਸ਼ਲੀ ਜਿਹੜੀਆਂ ਔਰਤਾਂ ਕੰਪੈरेटिवली ਘੱਟ ਸੈਲਰੀ ਅਰਨ ਕਰਦੀਆਂ ਨੇ। ਹਾਂਜੀ ਤੇ ਜਿਹੜੇ ਬੱਚੇ ਨੇ ਓਬਵੀਅਸਲੀ ਸਕੂਲ ਇੰਟਰੈਕਸ਼ਨ ਖਤਮ ਹੋ ਗਿਆ, ਬੱਚਿਆਂ ਨੂੰ ਆਊਟਸਾਈਡ ਆਪਾਂ ਖੇਡਣ ਨਹੀਂ ਦਿੱਤਾ, ਕੁਝ ਨਹੀਂ, ਤਾਂ ਉਹਨਾਂ ਤੇ ਵੀ ਮੈਂਟਲ ਹੈਲਥ ਦਾ ਅਸਰ ਪਿਆ ਹੈ। ਲੇਕਿਨ ਜਿਹੜੇ ਬਜ਼ੁਰਗ ਨੇ ਘਰ 'ਚ, ਔਰ ਸਪੈਸ਼ਲੀ ਜਿਹੜੇ ਆਪਣੀ ਕਮਿਊਨਿਟੀ ਜੇ, ਕਿਉਂਕਿ ਆਪਾਂ ਜੁਆਇੰਟ ਫੈਮਿਲੀ ਸਿਸਟਮ ਹਲੇ ਵੀ ਇੱਥੇ ਵੀ ਚੱਲਦਾ ਹੈ। ਜੇ ਕੈਨੇਡਾ ਦੀ ਗੱਲ ਕਰਾਂ, ਕਿਉਂਕਿ ਇੰਡੀਆ ਦਾ ਥੋੜਾ ਜਿਹਾ ਡਿਫਰੈਂਟ ਸਿਸਟਮ ਹੈ, ਜਿੰਨੇ ਬਜ਼ੁਰਗ ਆਪਣੇ ਇੱਥੇ ਨੇ ਅਕਸਰ ਵਿਚਾਰੇ ਬੜੇ ਲੋਨਲੀ ਫੀਲ ਕਰਦੇ ਨੇ। ਔਰ ਇਹਦੇ ਕਈ ਕਾਰਨ ਨੇ, ਕਿਉਂਕਿ ਜਿਹੜੇ ਕਿ ਹੁਣ ਰੀਸੈਂਟ ਟਾਈਮਸ ਵਿੱਚ ਆਏ ਨੇ, ਕਿਉਂਕਿ ਇੱਥੋਂ ਦਾ ਬਦਲਾਵ ਹੈ, ਜਗ੍ਹਾ, ਕੰਟਰੀ, ਲੋਕਾਂ ਦਾ ਰਹਿਣ ਸਹਿਣ, ਬਹੁਤ ਸਾਰੀਆਂ ਚੀਜ਼ਾਂ ਅਫੈਕਟ ਕਰਦੀਆਂ ਨੇ। ਲੇਕਿਨ ਇੱਕ ਜਨਰਲ ਤੌਰ ਤੇ ਜਦੋਂ ਇਨਸਾਨ ਇੱਕ ਵੱਡੀ ਉਮਰ ਦਾ ਹੁੰਦਾ ਹੈ, ਉਹ ਵੈਸੇ ਹੀ ਆਪਣੇ ਆਪ ਨੂੰ ਉਹ ਪ੍ਰੋਡਕਟਿਵ ਫੀਲ ਨਹੀਂ ਕਰਦਾ, ਕਿਉਂਕਿ ਉਹ ਰਿਟਾਇਰ ਹੋ ਚੁੱਕਾ। ਕਰਦੇ ਵੀ ਉਹ ਐਮਫਸਾਈਜ਼ ਕਰਦੇ ਰਹਿੰਦੇ ਕਿ ਬਾਪੂ ਜੀ ਤੁਸੀਂ ਹੁਣ ਆਰਾਮ ਹੀ ਕਰੋ। ਲੇਕਿਨ ਜ਼ਰੂਰੀ ਹੈ ਕਿ ਆਪਾਂ ਉਹ ਰਿਲੇਸ਼ਨਸ਼ਿਪ ਕਾਇਮ ਰੱਖੀਏ। ਉਹਨਾਂ ਜੇ ਉਹ ਘਰੇ ਬੈਠੇ ਨੇ, ਇਹਦਾ ਮਤਲਬ ਇਹ ਨਹੀਂ ਕਿ ਉਹ ਕੁਝ ਤੁਹਾਨੂੰ ਸਲਾਹ ਮਸ਼ਵਰਾ ਨਹੀਂ ਦੇ ਸਕਦੇ, ਜਾਂ ਤੁਹਾਡੇ ਕਿਸੇ ਵੀ ਤੁਸੀਂ ਗੱਲਬਾਤ ਨਹੀਂ ਕਰ ਸਕਦੇ। ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। ਆਮ ਤੌਰ ਤੇ ਮੈਂ ਕਈ ਸੀਨੀਅਰ ਸਿਟੀਜ਼ਨਸ ਨੂੰ ਇੱਥੇ ਮਿਲਦੀ ਹਾਂ, ਤੇ ਉਹ ਇਹੀ ਹੁੰਦਾ, ਮੇਰੇ ਘਰ 'ਚ ਮੇਰੇ ਖੁਦ ਮੇਰੇ ਇਨ-ਲॉज ਮੇਰੇ ਨਾਲ ਰਹਿੰਦੇ ਨੇ, ਸਾਡੇ ਕੋਲ ਕਈ ਵਾਰ ਟਾਈਮ ਨਹੀਂ ਹੁੰਦਾ, ਔਰ ਅਸੀਂ ਕਹਿੰਦੇ ਤੁਹਾਨੂੰ ਸਮਝ ਨਹੀਂ ਆਏਗੀ ਗੱਲ, ਸਿੰਪਲੀ ਸਪੀਕਿੰਗ, ਕਿਉਂ ਤੁਸੀਂ ਰਹਿਣ ਦਿਓ, ਤੁਹਾਨੂੰ ਸਮਝ ਨਹੀਂ ਆਊਗੀ। ਲੇਕਿਨ ਆਪਾਂ ਐਫਰਟ ਵੀ ਨਹੀਂ ਕਰਦੇ, ਕਿਉਂਕਿ ਇੱਕ ਜਿਹੜਾ 올ਡ ਏਜ ਹੈ, ਉਹ ਇੱਕ ਸੈਕੰਡ ਚਾਈਲਡਹੁੱਡ ਹੋ ਜਾਂਦਾ ਹੈ। ਹਰ ਇੱਕ ਤੇ ਜਿਹੜੀ ਹੈ ਏਜ ਆਊਗੀ, ਰਾਈਟ? ਸੋ ਐਨੀਵੇਜ਼ ਆਈ ਡੋਂਟ ਵਾਂਟ ਟੂ ਡਿਵਰਟ ਫਰਮ ਦ ਟੌਪਿਕ। ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਕੋਵਿਡ ਦੇ ਦੌਰਾਨ ਇੰਨੀਆਂ ਚੇਂਜਸ ਆਪਣੀਆਂ ਮਹਿਸੂਸ, ਤਾਂ ਆਪਾਂ ਨੂੰ ਆਪਣੀ ਪ੍ਰਾਇੋਰਟੀਜ਼ ਜਿਹੜੀਆਂ ਉਹ ਸਮਝਣ ਦਾ ਇੱਕ ਮੌਕਾ ਮਿਲਿਆ। ਹੁਣ ਇਹ ਜਦੋਂ ਇੰਪਰੂਵ ਹੋ ਰਹੀ ਹੈ ਸਿਚੁਏਸ਼ਨ, ਹੌਲੀ ਹੌਲੀ ਪਰਮਾਤਮਾ ਕਰੇ ਜਲਦੀ ਆਏ, ਵੈਕਸੀਨ ਆਏ, ਜੋ ਵੀ ਕੰਡੀਸ਼ਨਸ ਵਿਲ ਇੰਪਰੂਵ। ਐਸਾ ਨਹੀਂ ਹੈ ਕਿ ਇਹ ਸਾਰਾ ਕੁਝ ਹਮੇਸ਼ਾ ਇੱਦਾਂ ਹੀ ਰਹੇਗਾ, ਲੇਕਿਨ ਕੀ ਅਸੀਂ ਵਾਪਸ ਆਪਣੀ ਉਸੇ ਜ਼ਿੰਦਗੀ 'ਚ ਜਾਣਾ ਚਾਹੁੰਦੇ ਹਾਂ? ਬੇਸ਼ੱਕ ਉਹ ਚੰਗੀ ਹੈ, ਮੰਦੀ ਹੈ, ਜਿਹੋ ਜਿਹੀ ਵੀ ਜ਼ਿੰਦਗੀ ਆ, ਕੀ ਅਸੀਂ ਉਹਦੇ 'ਚ ਬਦਲਾਵ ਲਿਆਉਣਾ ਚਾਹੁੰਦੇ ਹਾਂ? ਕੀ ਫੈਮਿਲੀ 'ਚ ਬਹਿ ਕੇ, ਹੁਣ ਮੈਨੂੰ ਮੈਂ ਆਪਣਾ ਇੱਕ ਐਗਜ਼ਾਮਪਲ ਦੇ ਦਿੰਦੀ, ਕਿਉਂਕਿ ਜਦੋਂ ਤੋਂ ਮੇਰੇ ਲੋਕਡਾਊਨ ਹੋਇਆ, ਮੇਰੇ ਹਸਬੈਂਡ ਘਰੋਂ ਕੰਮ ਕਰ ਰਹੇ ਨੇ। ਸੋ ਪਹਿਲਾਂ ਮੈਨੂੰ ਇੰਨਾ ਕਲੋਜ਼ਲੀ ਦੇਖਣ ਦਾ ਮੌਕਾ ਨਹੀਂ ਮਿਲਿਆ ਕਿ ਉਹਨਾਂ ਦਾ ਕੰਮ ਕੀ ਇਨਵੋਲਵ। ਅਸੀਂ ਆਫਿਸ ਜਾਂਦੇ ਹਾਂ, ਠੀਕ ਹੈ, ਉਹ ਆਪਣੇ ਕੰਮ ਕਰ ਰਹੇ, ਮੈਂ ਆਪਣੇ ਕੰਮ ਕਰ ਰਹੀ ਹਾਂ, ਲੇਕਿਨ ਇੱਕ ਅਪਰੀਸੀਏਸ਼ਨ ਹੋਈ ਕਿ ਵਾਕਈ ਇਹਦੇ 'ਚ ਕਿੰਨਾ ਮੱਥਾ ਮਾਰੀ ਲੱਗਦੀ ਹੈ, ਕਿੰਨੀਆਂ ਕੁ ਮੀਟਿੰਗਸ ਵਿੱਚ ਤੁਸੀਂ ਆਪਣਾ ਟਾਈਮ ਲਾਉਂਦੇ ਹੋ। ਸੋ ਇੱਕ ਅਪਰੀਸੀਏਸ਼ਨ ਹੈ, ਹਾਲਾਂਕਿ ਉਹ ਮੈਂ ਦੱਸਦੀ ਨਹੀਂ ਉਹਨਾਂ ਨੂੰ, ਲੇਕਿਨ ਇਦਾਂ ਹੈ ਜਿਹਦੇ ਸਪਾਊਸਸ ਨੇ, ਜਿੱਦਾਂ ਘਰ ਦੀਆਂ ਔਰਤਾਂ ਘਰੇ ਨੇ, ਤਾਂ ਸ਼ਾਇਦ ਜਿਹੜੇ ਹਸਬੈਂਡ ਨੇ ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਉਹ ਕਿੰਨਾ ਕੰਮ ਕਰਦੀ ਹੈ। ਜੇ ਇੱਕ ਸਬਜ਼ੀ ਵੀ ਬਣਾਣੀ ਹੋਏ ਤਾਂ ਉਸੇ ਘੰਟਾ ਤਾਂ ਲੱਗ ਗਿਆ। ਉਹ ਹੁਣ ਜੇ ਸਮਝਣ ਵਾਲੀ ਗੱਲ ਹੈਗੀ ਆ, ਜਾਂ ਬੱਚੇ ਹੁਣ ਉਹ ਆਪਣੀ ਕੋਈ ਗੱਲਬਾਤ ਜਾਂ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੇ ਨਾਲ ਬਹਿ ਕੇ ਕੋਈ ਕਹਾਣੀਆਂ ਸੁਣੀਆਂ ਹੋਣੇ, ਹੁਣ ਤਾਂ ਉਹ ਕਹਾਣੀਆਂ ਵਾਲੇ ਟਾਈਮ ਚਲੇ ਗਏ, ਹਰ ਇੱਕ ਕੋਈ ਕੰਪਿਊਟਰ ਉੱਤੇ ਬੈਠਾ ਹੁੰਦਾ ਹੈ। ਬਟ ਕਹਿਣ ਦਾ ਭਾਵ ਇਹ ਕਿ ਜਦੋਂ ਇਸ ਸਿਚੁਏਸ਼ਨ ਵਿੱਚੋਂ ਅਸੀਂ ਅੱਗੇ ਕਿੱਦਾਂ ਚੱਲਣਾ ਹੈ, ਕੀ ਮੈਂ ਉਹੀ ਚੀਜ਼ਾਂ ਕਰਨੀਆਂ ਨੇ, ਕੀ ਮੈਂ ਆਪਣੀ ਲਾਈਫ ਸੁਧਾਰ ਲਿਆਉਣਾ ਹੈ, ਕੀ ਮੈਂ ਆਪਣਾ ਇਨਵਾਇਰਨਮੈਂਟ। ਹੁਣ ਇੱਕ ਹੋਰ ਗੱਲ ਮੈਂ ਨੋਟ ਕੀਤੀ ਕਿ ਰਿਅਲਾਈਜ਼ੇਸ਼ਨ ਹੋਈ ਕਿ ਸਡਨਲੀ ਸਾਨੂੰ ਇੰਨੀਆਂ ਸਾਰੀਆਂ ਚੀਜ਼ਾਂ ਦੀ ਲੋੜ ਨਹੀਂ ਹੈ, ਜਿੰਨਾ ਕੋ ਅਸੀਂ ਸਮਾਨ ਇਕੱਠਾ ਕੀਤਾ ਹੋਇਆ ਘਰਾਂ 'ਚ, ਰਾਈਟ? ਹੁਣ ਤੁਸੀਂ ਦੇਖੋ ਕਿ ਹੁਣ ਇਸ ਟਾਈਮ ਦੇ ਜਦੋਂ ਹੁਣ ਤੱਕ ਹੈ ਥੋੜੇ ਜਿਹੇ ਓਪਨ ਹੋ ਗਈਆਂ ਨੇ ਰਿਸਟ੍ਰਿਕਸ਼ਨ, ਲੇਕਿਨ ਇਨੀਸ਼ੀਅਲੀ ਜਿਹੜੇ 1-2 ਮਹੀਨੇ ਸੀਗੇ ਬਿਲਕੁਲ ਬਾਹਰ ਕੋਈ ਸਟੋਰਸ ਖੁੱਲੇ ਨਹੀਂ ਸੀਗੇ, ਤੁਸੀਂ ਕੋਈ ਸ਼ਾਪਿੰਗ ਨਹੀਂ ਕਰ ਸਕਦੇ ਸੀਗੇ, ਸਿਰਫ ਇੱਕ ਤੁਸੀਂ ਆਪਣੀ ਗਰੋਸਰੀ ਲਿਆ ਸਕਦੇ ਸੀ। ਲੇਕਿਨ ਉਹਦੇ ਚੋਂ ਵੀ ਤੁਸੀਂ ਰਿਅਲਾਈਜ਼ ਕੀਤਾ ਕਿ ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈ ਆਪਣੇ ਇਨਸਾਨਾਂ ਦੀ ਬਹੁਤ ਲਿਮਿਟਡ ਜੀ ਹੈਗੀ ਹੈ। ਲੇਕਿਨ ਕਿਉਂਕਿ ਸੋਸਾਇਟੀ ਨੇ ਇੰਨਾ ਚੱਕਰ ਚਲਾਇਆ, ਇੰਨਾ ਸਾਨੂੰ ਅਸੀਂ ਰੈਟ ਰੇਸ ਵਿੱਚ ਹੈ, ਫਲਾਣੇ ਕੋ ਆ ਚੀਜ਼ਾਂ ਮੇਰੇ ਕੋ ਵੀ ਹੋਣੀ ਚਾਹੀਦੀ ਹੈ। ਤੁਸੀਂ ਆਪਣਾ ਕਲੋਜ਼ਟ ਖੋਲ ਕੇ ਦੇਖੋ, ਤੁਹਾਨੂੰ ਪਤਾ ਹੀ ਨਹੀਂ ਹੋਗਾ ਕਿ ਤੁਸੀਂ 4 ਸ਼ਰਟਾਂ ਕਿਉਂ ਖਰੀਦੀਆਂ ਸੀ ਜਾਂ ਉਹ ਪਾਈਆਂ ਹੀ ਨਹੀਂ ਕਦੀ। ਸੋ ਇਸ ਦੌਰਾਨ ਇਹੋ ਜਿਹੀ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਰਿਅਲਾਈਜ਼ੇਸ਼ਨ ਵਿੱਚ ਆਈਆਂ ਨੇ। ਬਹੁਤ ਸਾਰੇ ਲੋਕਾਂ ਨੇ ਐਕਸਰਸਾਈਜ਼ ਕਰਨੀ ਸ਼ੁਰੂ ਕਰਤੀ, ਮੈਂ ਇਨਕਲੂਡਡ। ਮੈਂ ਗਾਰਡਨਿੰਗ ਕਰਨੀ ਸ਼ੁਰੂ ਕਰਤੀ, ਮੈਨੂੰ ਗਾਰਡਨ ਦਾ ਕੁਝ ਇੰਟਰਸਟ ਨਹੀਂ ਹੁੰਦਾ ਸੀ, ਪਰ ਲੇਕਿਨ ਹੁਣ ਹੋਰ ਨਹੀਂ ਹੈ। ਪਰ ਉਹਦੇ ਨਾਲ ਹੌਲੀ-ਹੌਲੀ ਇਹ ਸਮਝ ਆਇਆ ਕਿ ਨਹੀਂ, ਫੁੱਲ ਬੂਟਿਆਂ 'ਚ ਵੀ ਤੁਸੀਂ ਜਿਹੜੀ ਇਹ ਚੀਜ਼ ਕਰਦੇ ਹੋ, ਤੁਹਾਨੂੰ ਇੱਕ ਹੋਪ ਹੁੰਦੀ ਹੈ। ਇੱਕ ਜਦੋਂ ਤੁਸੀਂ ਬੀਜ ਬੋਨੇ ਹੋ, ਮੈਂ ਆਪ ਜਿਹੜੇ ਹੁਣ ਸ਼ੁਰੂਆਤ ਵਿੱਚ ਸਮਰ ਵਿੱਚ ਲਾਏ ਸੀਗੇ, ਸਬਜ਼ੀਆਂ ਪਲਾਂਟ ਕੀਤੀਆਂ, ਤੇ ਰੋਜ਼ ਉਮੀਦ ਹੋਣੀ ਅੱਜ ਉਹਦਾ ਇੱਕ ਪੱਤਾ ਆ ਗਿਆ, ਅੱਜ ਇੱਕ ਫੁੱਲ ਆ ਗਿਆ। ਸੋ ਉਹ ਸਾਨੂੰ ਇੱਕ ਉਮੀਦ ਦਵਾਉਂਦਾ ਸੀ ਕਿ ਲਾਈਫ 'ਚ ਯੂ ਹੈਵ ਟੂ ਲੁੱਕ ਫਾਰਵਰਡ, ਠੀਕ ਹੈ ਨਾ?
ਸੋ ਇਹ ਜਿਹੜੀ ਸਿਚੁਏਸ਼ਨ ਹੈ ਆਈ ਥਿੰਕ ਕਿ ਇਹਦੇ ਚ ਬਹੁਤ ਕੁਝ ਹੈ। ਚਲੋ ਠੀਕ ਹੈ, ਬਹੁਤ ਸਾਰੀ ਪੋਪੂਲੇਸ਼ਨ ਨੂੰ ਦਿੱਕਤ ਵੀ ਬਹੁਤ ਹੋਈ ਹੈ, ਸਾਰਿਆਂ ਨੂੰ ਆਪਾਂ ਨੂੰ ਦਿੱਕਤ ਹੋਈ ਹੈ। ਔਰ ਇੱਕ ਗੱਲ ਹੈ ਕਿ ਆਪਾਂ ਕੰਪਲੇਨ ਨਹੀਂ ਕਰ ਸਕਦੇ। ਇੱਕ ਇਕੱਲੀ ਮੈਂ ਨਹੀਂ ਕਹਿ ਸਕਦੀ ਇਹ ਤਾਂ ਮੇਰੇ ਘਰ ਦੀ ਪ੍ਰੋਬਲਮ ਹੈ, ਤਾਂ ਮੇਰੇ ਤੇ ਇਫੈਕਟ ਹੋਇਆ, ਨਹੀਂ, ਅੱਜ ਤੁਸੀਂ ਕਹਿ ਹੀ ਨਹੀਂ ਸਕਦੇ ਕਿਉਂਕਿ ਦੁਨੀਆ ਵਿੱਚ ਸਾਰਿਆਂ ਤੇ ਇਫੈਕਟ ਹੋਇਆ। ਸੋ ਵੀ ਆਰ ਆਲ ਟੁਗੇਦਰ ਇਨ ਦਿਸ। ਸੋ ਹਾਂਜੀ ਹਾਂਜੀ, ਮਤਲਬ ਜੇ ਆਪਾਂ ਕਹੀਏ ਤੇ ਨੈਗੇਟਿਵ ਦੇ ਨਾਲ ਕੁਝ ਪੋਜ਼ਿਟਿਵ ਇਫੈਕਟ ਵੀ ਹਨ ਨਿਕਲ ਕੇ ਆਏ ਆ, ਤੇ ਸਭ ਤੋਂ ਵੱਡੀ ਗੱਲ ਮਤਲਬ